बहुत ही प्यारे बच्चों, अज फिर ਆਪਾਂ NTSC ਦੇ ਪਿਛਲੇ ਸਾਲਾਂ ਦੇ ਪੇਪਰਾਂ ਨੂੰ ਕਰਨ ਦੇ ਲਈ ਇਕੱਠੇ ਹੋ ਰਹੇ ਹਾਂ। ਪਿਛਲੇ ਲੈਕਚਰ ਦੇ ਵਿੱਚ ਆਪਾਂ 2013 ਦਾ SS ਵਿਸ਼ੇ ਦਾ ਪੇਪਰ ਸੋਲਵ ਕੀਤਾ ਸੀ। ਅੱਜ ਆਪਾਂ 2014 ਦਾ ਪੇਪਰ ਹੱਲ ਕਰਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂਟਰੇਬਿਲਟੀ ਹੈ, ਦੇਖ ਸਕਦੇ ਹੋ। ये साइंस है बेटा। गणित, इत्थों बेटा अपना SS विषय शुरू हो जाता है। पहला प्रश्न 106 प्रश्न नंबर है मियांमार, जिसका पहला नाम बर्मा सीगा, दे उस लोकतंत्री नेता का की नाम है जिस नूं घरेलू नज़रबंदी तो 2010 ਵਿੱਚ मुक्त किया गया। ਇਹਨੂੰ ਘਰੇ कैद कर लिया सी बेटा, क्योंकि लोगों की नेता सी ते लोकतंत्र ਲਈ आवाज़ बुलंद कर रही सी। ਇਹਦਾ नाम की सीगा आंग सैन सू की। आंग सैन सू की पहला उत्तर सही है। केसरी शब्द नाल किस दा नाम जोड़िया जाता है? सीगे बाल गंगाधर तिलक। बाल गंगाधर तिलक। अगे है बेटा 108 नंबर प्रश्न, साइमन कमीशन का विरोध करते हुए लाला लाजपत राय सख्त जख्मी हो गए सन। ये घटना कित्थे वापरी? कित्थे वापरी सी? ये लाहौर दे विच। हुण लाहौर कित्थे है? पाकिस्तान च। पहला अंडरग्राउंड रेलवे कित्थे बनाया गया? कित्थे बनाया सी? ये इंग्लैंड दे विच लंदन। हेठ लिखिया विचों किहड़ा जुट मेल करता है? किहड़ा साल के हिसाब नाल सही है? यूनेस्को बनिया सी 1946 दे विच। यूनेस्को ये सही है। यूनेस्को। अगला प्रश्न आता बेटा, IMF का की मतलब है? इंटरनेशनल मोनेटरी फंड। इंटरनेशनल मोनेटरी फंड। हिटलर सी बेटा नाजी नेता जर्मन का। एडोल्फ हिटलर की स्वै जीवनी जी किताब है, की नाम है? मेरा संघर्ष, मेन कैम्प। मेन कैम्प। टोकन फ्री स्कूल कदों शुरू होया? यह इंडो चाइना का वियतनाम का प्रश्न है। यह 1907 दे विच शुरू होया सी। अगे बेटा हेठ लिखा कथन पढ़ो ते सही विकल्प की चोण करो। मुहम्मद गौरी ने दिल्ली के खीरले राजपूत राजे पृथ्वीराज चौहान नूं हरा के भारत विच तुर्क साम्राज्य की नींह रखी। ये पहली स्टेटमेंट है। दूजी है सूफी हिंदू संत सन। सूफी हिंदू संत सीगे।
ਇਹਨਾਂ ਦੇ ਵਿੱਚ ਜਿਹੜੀ A ਹੈ ਪਹਿਲੀ ਸਟੇਟਮੈਂਟ ਉਹ ਗਲਤ ਹੈ, ਜਿਹੜੀ ਦੂਜੀ ਹੈ ਉਹ ਸਹੀ ਹੈ। A ਗਲਤ ਹੈ ਪਰ B ਠੀਕ ਹੈ। ਅੱਗੇ ਹੈ ਤ੍ਰੈਪੱਖੀ ਸਮਝੌਤੇ ਵਿੱਚ ਸੈਨਿਕ ਸਾਂਝ ਸੀ। ਤ੍ਰੈਪੱਖੀ ਤਿੰਨ ਦੇਸ਼ਾਂ ਦਾ, ਜਰਮਨੀ, ਆਸਟਰੀਆ ਤੇ ਹੰਗਰੀ। ਜਰਮਨੀ, ਆਸਟਰੀਆ ਤੇ ਹੰਗਰੀ। ਕਿਹੜੀਆਂ ਨਦੀਆਂ ਦੇ ਸਮੂਹ ਦਾ ਜਨਮ ਸਥਾਨ ਤਿੱਬਤ ਵਿੱਚ ਹੈ, ਜਿਹੜੀਆਂ ਤਿੱਬਤ ਦੇ ਵਿੱਚੋਂ ਨਿਕਲਦੀਆਂ? ਦੇਖੋ ਬ੍ਰਹਮਪੁੱਤਰ ਉਧਰੋਂ ਆਉਂਦੀ ਹੈ, ਸਿੰਧ ਉਧਰੋਂ ਜਾਂਦਾ ਹੈ ਹਨਾ, ਸਤਲੁਜ ਵੀ ਉੱਥੇ ਆਉਂਦਾ ਹੈ। ਇਸ ਕਰਕੇ ਪਹਿਲਾ ਉੱਤਰ ਸਹੀ ਹੈ। ਇੱਕੋ ਜਿਹੇ ਤਾਪਮਾਨ ਵਾਲੇ ਸਥਾਨਾਂ ਨੂੰ ਮਿਲਾਉਣ ਵਾਲੀਆਂ ਰੇਖਾਵਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਦਾ ਤਾਪ ਇੱਕੋ ਹੀ ਹੋਵੇ? ਸਮਤਾਪ। ਸਮ ਮਤਲਬ ਬਰਾਬਰ, ਤਾਪ ਮਤਲਬ ਰੇਖਾਵਾਂ। ਤਾਪ ਮਤਲਬ ਤਾਪਮਾਨ ਤੇ ਰੇਖਾਵਾਂ ਪਰ ਦਿੱਤਾ ਹੀ ਹੋਇਆ ਸਮਤਾਪ ਰੇਖਾਵਾਂ। ਅਗਲਾ ਹੈ ਮਿੱਟੀ ਦਾ ਨਾਲੀਦਾਰ ਘਟਾਅ ਹੇਠ ਲਿਖਿਆਂ ਵਿੱਚੋਂ ਕਿਸ ਕਾਰਨ ਹੁੰਦਾ ਹੈ? ਮਿੱਟੀ ਦਾ ਨਾਲੀਦਾਰ ਘਟਾਅ ਹੇਠ ਲਿਖਿਆਂ ਵਿੱਚੋਂ ਕਿਸ ਕਾਰਨ ਹੁੰਦਾ ਹੈ? ਮੀਂਹ ਨਾਲ। ਤੁਸੀਂ ਦੇਖਿਆ ਨਾ, ਜਦੋਂ ਮੀਂਹ ਪੈਂਦਾ ਤੇ ਮਿੱਟੀ ਦੇ ਵਿੱਚ ਕਿਸ ਤਰ੍ਹਾਂ ਦੇ ਉਹ ਬਣ ਜਾਂਦੇ ਆ ਚੀਨੀਵੇਂ ਜੇ, ਉਸ ਨੂੰ ਵਰਖਾ ਨਾਲ ਹੀ ਹੁੰਦਾ ਉਹ। ਦੂਜੀ ਆਪਸ਼ਨ ਇਹਦਾ ਸਹੀ ਉੱਤਰ ਹੈ। ਟੈਗਰ ਨਾਮ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ? ਠੰਡੇ ਥਾਵਾਂ ਦੀ ਬਨਸਪਤੀ ਹੈ ਇਹ, ਠੰਡੇ ਸ਼ੀਤੋਸ਼ਣ ਜੰਗਲ। ਤੀਜੀ ਆਪਸ਼ਨ ਇਹਦਾ ਸਹੀ ਉੱਤਰ ਹੈ। ਭੂਮੱਧ ਰੇਖਾ ਬਾਰੇ ਕਿਹੜਾ ਕਥਨ ਸਹੀ ਹੈ? ਇਹ ਭਾਰਤ ਦੇ ਉੱਤਰੀ ਅਰਧਗੋਲੇ ਵਿੱਚੋਂ ਲੰਘਦੀ ਹੈ, ਇਹ ਭਾਰਤ ਦੇ ਦੱਖਣੀ ਅਰਧਗੋਲੇ ਵਿੱਚੋਂ ਲੰਘਦੀ ਹੈ, ਇਹ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ, ਇਹ ਭਾਰਤ ਦੇ ਵਿੱਚੋਂ ਲੰਘਦੀ ਹੀ ਨਹੀਂ। ਭੂਮੱਧ ਰੇਖਾ ਬਾਰੇ ਕਹਿ ਰਿਹਾ ਬੇਟਾ, ਇਹ ਭਾਰਤ ਦੇ ਵਿੱਚੋਂ ਨਹੀਂ ਲੰਘਦੀ। ਭਾਰਤ ਦੇ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ? ਕਰਕ ਰੇਖਾ। ਦੱਖਣ ਭਾਰਤ ਵਿੱਚ ਸਿੰਚਾਈ ਦਾ ਮੁੱਖ ਸਾਧਨ ਕਿਹੜਾ ਹੈ? ਜ਼ਿਆਦਾ ਸਿੰਚਾਈ ਕਾਹਦੇ ਨਾਲ ਹੁੰਦੀ ਹੈ? ਤਲਾਬਾਂ ਨਾਲ ਹੁੰਦੀ ਹੈ ਉੱਥੇ। ਭਾਰਤ ਵਿੱਚ ਸਰਦੀਆਂ ਦੀ ਬਾਰਿਸ਼ ਦਾ ਮੁੱਖ ਕਾਰਨ ਕੀ ਹੈ? ਪੱਛਮ ਵੱਲੋਂ ਆਉਣ ਵਾਲੇ ਜਿਹੜੇ ਚੱਕਰਵਾਤ ਨੇ ਉਹਨਾਂ ਕਰਕੇ ਪੰਜਾਬ ਦੇ ਵਿੱਚ ਜਿਹੜੀ ਸਰਦੀਆਂ ਦੀ ਬਾਰਿਸ਼ ਹੈ ਉਹ ਹੁੰਦੀ ਹੈ, ਇਸ ਕਰਕੇ ਉਹਨੂੰ ਪੱਛਮੀ ਗੜਬੜੀਆਂ ਕਹਾਂਗੇ, ਚੱਕਰਵਾਤ ਨੇ ਉਹਨਾਂ ਕਰਕੇ। ਅਗਲਾ ਪ੍ਰਸ਼ਨ 123 ਨੰਬਰ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸ ਫਸਲ ਨੂੰ ਪ੍ਰਤੀ ਹੈਕਟੇਅਰ ਵੱਧ ਪਾਣੀ ਦੀ ਲੋੜ ਹੈ? ਪਿਛਲੇ ਪੇਪਰ ਦੇ ਵਿੱਚ ਆਇਆ ਸੀ ਬੇਟਾ, ਝੋਨਾ ਲਿਖਿਆ ਹੋਇਆ ਸੀ, ਝੋਨੇ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ। ਇੱਥੇ ਬਾਜਰੀ ਨੂੰ ਲੋੜ ਨਹੀਂ, ਮੱਕੀ ਨੂੰ ਬਹੁਤੀ ਲੋੜ ਨਹੀਂ, ਕਣਕ ਨੂੰ ਬਹੁਤੀ ਲੋੜ ਨਹੀਂ, ਗੰਨੇ ਨੂੰ ਲੋੜ ਹੈ। ਇਹਨਾਂ ਦੇ ਕੰਪੈਰੀਟਿਵ ਗੰਨੇ ਨੂੰ ਵੱਧ ਲੋੜ ਹੈ, ਇਸ ਕਰਕੇ ਇਹਦਾ ਉੱਤਰ ਸਹੀ ਕੀ ਹੈ? ਗੰਨਾ। ਕਿਰਿਆਸ਼ੀਲ ਪ੍ਰਸਪਤ ਬੁਝੇ ਹੋਏ ਕਿਸ ਦੀਆਂ ਕਿਸਮਾਂ ਹਨ? ਇਹ ਪਹਿਲਾਂ ਵੀ ਆ ਚੁੱਕਿਆ ਪੇਪਰ ਦੇ ਵਿੱਚ, ਪ੍ਰਸ਼ਨ ਰਿਪੀਟ ਹੋਇਆ ਇਹ ਜਵਾਲਾਮੁਖੀ ਦੀਆਂ ਕਿਸਮਾਂ ਬੇਟਾ, ਯਾਦ ਰੱਖਣਾ, ਇਹ ਪ੍ਰਸ਼ਨ ਦੁਬਾਰਾ ਵੀ ਆ ਸਕਦਾ ਹੈ। ਹੇਠ ਲਿਖਿਆਂ ਵਿੱਚੋਂ ਭਾਰਤ ਦਾ ਕਿਹੜਾ ਰਾਜ ਘੱਟ ਵਸੋਂ ਵਾਲਾ ਹੈ? ਘੱਟ ਵਸੋਂ ਇਹਨਾਂ ਦੇ ਵਿੱਚੋਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਘੱਟ ਵਸੋਂ ਹੈ, ਇਹਦੀ ਵਸੋਂ ਘਣਤਾ ਵੀ ਘੱਟ ਹੈ, 17 ਹੀ ਹੈ। ਉੱਥੇ ਵੀ ਤੁਸੀਂ ਪ੍ਰਸ਼ਨ ਦਾ ਸਹੀ ਉੱਤਰ ਦੇਣਾ, ਵਸੋਂ ਘਣਤਾ ਵੀ ਘੱਟ ਹੈ ਤੇ ਵਸੋਂ ਵੀ ਘੱਟ ਹੈ ਇਹਨਾਂ ਦੇ ਮੁਕਾਬਲੇ। ਅੱਗੇ ਪ੍ਰਸ਼ਨ ਆਉਂਦਾ ਹੈ ਨਾਗਰਿਕ ਸ਼ਾਸਤਰ ਦਾ, ਰਾਸ਼ਟਰਪਤੀ ਦੇ ਚੋਣ ਮੰਡਲ ਵਿੱਚ ਕਿਹੜੇ ਕਿਹੜੇ ਮੈਂਬਰ ਸ਼ਾਮਲ ਹੁੰਦੇ ਹਨ? ਆਪਾਂ ਪੜ੍ਹਿਆ ਸੀ ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਜਿਹੜੇ ਮੈਂਬਰ ਚੁਣੇ ਹੁੰਦੇ ਆ ਸਾਰੇ ਰਾਜਾਂ ਦੇ, ਉਹ ਇਹਨਾਂ ਦੀ ਵੋਟ ਵਿੱਚ ਹਿੱਸਾ ਲੈਂਦੇ ਆ, ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਹਿੱਸਾ ਲੈਂਦੇ ਹਨ। ਤੀਜਾ ਉੱਤਰ ਸਹੀ ਉੱਤਰ।
ਲੋਕ ਸਭਾ ਦੇ ਵਿੱਚ ਸਦਨ ਦਾ ਨੇਤਾ ਕਿਸ ਨੂੰ ਮੰਨਿਆ ਜਾਂਦਾ ਹੈ? ਲੋਕ ਸਭਾ ਦੇ ਵਿੱਚ ਉਪ ਰਾਸ਼ਟਰਪਤੀ ਹੁੰਦਾ ਹੈ? ਨਹੀਂ। ਵਿਰੋਧੀ ਪਾਰਟੀ ਤਾਂ ਸਰਕਾਰ ਹੀ ਨਹੀਂ ਹੁੰਦੀ, ਤਾਂ ਬਹੁਮਤ ਦੇ ਨੇਤਾ ਨੂੰ ਨੇਤਾ ਮੰਨਿਆ ਜਾਂਦਾ ਹੈ, ਉਹ ਪ੍ਰਧਾਨ ਮੰਤਰੀ ਹੁੰਦਾ ਹੈ। ਠੀਕ ਹੈ। ਭਾਰਤ ਚੀਨ ਪੰਚਸ਼ੀਲ ਸਮਝੌਤਾ ਕਦੋਂ ਹੋਇਆ? ਦੇਖੋ ਪਿਛਲੇ ਪੇਪਰ 'ਚ ਵੀ ਪ੍ਰਸ਼ਨ ਆ ਕੇ ਗਿਆ ਤੇ ਹੁਣ ਵੀ ਆਇਆ 29 ਅਪ੍ਰੈਲ 1954। 29 ਅਪ੍ਰੈਲ 1954। ਇਹਨਾਂ ਵਿੱਚੋਂ ਕਿਹੜਾ ਕਾਰਜ ਰਾਸ਼ਟਰਪਤੀ ਦੀ ਵਿਧਾਨਕ ਸ਼ਕਤੀ ਨਾਲ ਸੰਬੰਧਿਤ ਹੈ? ਵਿਧਾਨਕ ਮਤਲਬ ਕਾਨੂੰਨ ਬਣਾਉਣ ਦੀ ਸ਼ਕਤੀ ਨਾਲ ਸੰਬੰਧਿਤ ਹੈ। ਸੰਸਦ ਰਾਹੀਂ ਪਾਸ ਕੀਤੇ ਗਏ ਬਿੱਲ ਤੇ ਹਸਤਾਖਰ ਕਰਨਾ, ਇਹ ਉਹਨਾਂ ਦੀ ਵਿਧਾਨਕ ਸ਼ਕਤੀ ਹੈ। ਇਸ ਕਰਕੇ ਜਿਹੜਾ ਦੂਜਾ ਉੱਤਰ ਆ ਉਹ ਸਹੀ ਉੱਤਰ ਹੈ। ਸੰਯੁਕਤ ਰਾਸ਼ਟਰ ਦੇ ਕਿਸ ਅੰਗ ਵਿੱਚ ਸਾਰੇ ਦੇਸ਼ ਬਰਾਬਰ ਸ਼ਾਮਲ ਹਨ? ਸੁਰੱਖਿਆ ਪ੍ਰੀਸ਼ਦ ਦੇ ਵਿੱਚ ਨਹੀਂ ਹੈ, ਵੀਟੋ ਪਾਵਰ ਦਾ ਉੱਥੇ, ਟਰਸਟੀਸ਼ਿਪ ਪ੍ਰੀਸ਼ਦ ਦੇ ਵਿੱਚ ਨਹੀਂ ਹੈ, ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੇ ਵਿੱਚ ਵੀ ਨਹੀਂ। ਇਹ ਹੈ ਮਹਾਸਭਾ ਦੇ ਵਿੱਚ, ਜਨਰਲ ਅਸੈਂਬਲੀ ਜਿਹਨੂੰ ਆਪਾਂ ਕਹਿੰਦੇ ਹਾਂ ਮਹਾਸਭਾ। ਠੀਕ ਹੈ ਬੇਟਾ। ਅਗਲਾ 131 ਨੰਬਰ ਪ੍ਰਸ਼ਨ, ਇਹਨਾਂ ਵਿੱਚੋਂ ਕਿਸ ਦੀ ਚੋਣ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ ਤੇ ਕੀਤੀ ਜਾਂਦੀ ਹੈ? ਰਾਜਪਾਲ ਦੀ ਵੀ ਨਹੀਂ, ਸਪੀਕਰ ਦੀ ਵੀ ਨਹੀਂ, ਮੁੱਖ ਚੋਣ ਕਮਿਸ਼ਨਰ ਦੀ ਵੀ ਨਹੀਂ। ਰਾਸ਼ਟਰਪਤੀ ਦੀ ਚੋਣ ਹੈ ਜਿਹੜੀ ਉਹ ਇਸ ਆਧਾਰ ਤੇ ਕੀਤੀ ਜਾਂਦੀ ਹੈ, ਉਹਨੂੰ ਅਨੁਪਾਤਿਕ ਮਹੱਤਵ ਦਿੱਤਾ ਜਾਂਦਾ ਵੋਟ ਨੂੰ। ਚੌਥਾ ਉੱਤਰ ਸਹੀ ਹੈ ਬੇਟਾ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਦੋਂ ਹੋਇਆ? ਇਹ ਜਨਮ ਹੋਇਆ 1920 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਮੌਲਿਕ ਅਧਿਕਾਰਾਂ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ? ਮੌਲਿਕ ਅਧਿਕਾਰਾਂ ਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ? ਕਾਨੂੰਨੀ ਸ਼ਕਤੀ। ਤਾਂ ਕਿਹੜਾ ਉੱਤਰ ਸਹੀ ਹੈ? ਫਿਰ ਦੂਜਾ ਉੱਤਰ ਸਹੀ ਹੈ। ਕਿਸ ਸੰਵਿਧਾਨਕ ਸੋਧ ਰਾਹੀਂ ਭਾਰਤ ਵਿੱਚ ਪੇਂਡੂ ਤੇ ਸ਼ਹਿਰੀ ਲੋਕਤੰਤਰ ਦੀ ਕ੍ਰਮਵਾਰ ਸਥਾਪਨਾ ਕੀਤੀ ਗਈ? ਇਹ ਦੋ ਸੋਧਾਂ ਹੋਈਆਂ ਸੀ, 73ਵੀਂ ਸੋਧ ਤੇ 74ਵੀਂ ਸੋਧ। 73ਵੀਂ ਸੋਧ ਸੀ ਪਿੰਡਾਂ ਨਾਲ ਸੰਬੰਧਿਤ ਤੇ 74ਵੀਂ ਸੀ ਸ਼ਹਿਰਾਂ ਨਾਲ ਸੰਬੰਧਿਤ। ਦੂਜਾ ਉੱਤਰ ਸਹੀ ਹੈ। ਹੇਠ ਲਿਖਿਆਂ ਵਿੱਚੋਂ ਕੇਂਦਰੀ ਵਿਧਾਨ ਪਾਲਿਕਾ ਵਿੱਚ ਕੌਣ ਕੌਣ ਆਉਂਦਾ ਹੈ? ਲੋਕ ਸਭਾ ਤੇ ਰਾਜ ਸਭਾ। ਜਿਹੜੀ ਵਿਧਾਨ ਸਭਾ ਉਹ ਰਾਜਾਂ ਦੇ ਵਿੱਚ ਆਉਂਦੀ ਹੈ, ਲੋਕ ਸਭਾ ਤੇ ਰਾਜ ਸਭਾ। ਹੇਠ ਲਿਖਿਆਂ ਵਿੱਚੋਂ ਕਿਹੜਾ ਉਤਪਾਦਨ ਦਾ ਸਾਧਨ ਹੈ? ਇਹਨਾਂ ਦੇ ਵਿੱਚੋਂ ਉਤਪਾਦਨ ਦਾ ਸਾਧਨ ਕਿਹੜਾ ਹੈ? ਸਿਰਫ ਪੂੰਜੀ ਹੈ। ਚਾਰ ਸਾਧਨ ਤੁਹਾਨੂੰ ਪੜ੍ਹਾਈ ਸੀ ਨਾ, ਪੂੰਜੀ ਸਾਧਨ। ਪ੍ਰੇਰਿਤ ਨਿਵੇਸ਼ ਤੋਂ ਕੀ ਭਾਵ ਹੈ? ਨਿਵੇਸ਼ ਜਿਹੜਾ ਆਮਦਨ ਅਤੇ ਲਾਭ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਜੇ ਆਮਦਨ ਅਤੇ ਲਾਭ ਦੀ ਮਾਤਰਾ ਵੱਧਦੀ ਜਾਊਗੀ ਤਾਂ ਨਿਵੇਸ਼ ਵੱਧਦਾ ਜਾਊਗਾ, ਜੇ ਘਟ ਜੂ ਤਾਂ ਨਿਵੇਸ਼ ਜਿਹੜਾ ਹੈਗਾ ਘਟ ਜਾਂਦਾ ਹੈ। ਕੋਈ ਵੀ ਕੰਮ ਕਰਨ ਵਾਲਾ ਬੰਦਾ ਇਸ ਚੀਜ਼ ਤੇ ਦੇਖਦਾ ਵੀ ਇਹਦੀ ਆਮਦਨ ਵੱਧ ਰਹੀ ਹੈ ਤਾਂ ਉਹਨੂੰ ਹੋਰ ਨਿਵੇਸ਼ ਕਰਦਾ ਜਾਂਦਾ ਹੈ, ਕੰਮ ਨੂੰ ਵਧਾਉਂਦਾ ਜਾਂਦਾ, ਨਹੀਂ ਤਾਂ ਉਹ ਘਟ ਜਾਂਦਾ। ਉਹਨੂੰ ਪ੍ਰੇਰਿਤ ਨਿਵੇਸ਼ ਕਹਿੰਦੇ, ਉਹਨੂੰ ਪ੍ਰੇਰਨਾ ਮਿਲਦੀ ਹੈ ਤੋਂ। LIC ਅਤੇ UTI ਕਿਹੜੀਆਂ ਸੰਸਥਾਵਾਂ ਨੇ? ਗੈਰ ਬੈਂਕਿੰਗ ਸੰਸਥਾਵਾਂ ਨੇ। गैर बैंकिंग, पहला उत्तर सही है। डैश मौद्रिक नीति का एक तत्त है या अंग है, की है? इन्हां दे विचों बैंक दर, बैंक दी दर। तीजा उत्तर सही है। भारत विच 2011 विच इस्त्री पुरुष अनुपात की सी? 2011 की जो जनसंख्या हुई है, गणना हुई है, तो इसका अनुपात सी 943, मतलब 1000 मर्दां पिछे 943 इस्त्रियां। इस तो अगे बेटा इंग्लिश आउंदी है, इंग्लिश की तुसीं नहीं करनी क्योंकि इस बार तुहानूं पेपर दे विच नहीं आवेगी। बाकी पेपर जिहड़ा है तुसीं उस तरीके नाल ही तैयार करना है। तो जिन्हां बच्चों ने चैनल सबसक्राइब नहीं किया उन्होंने जरूर करना है ताकि आने वाले समय दे विच महत्वपूर्ण वीडियोज़ तुहानूं मिल सकन। धन्यवाद।